Hello dear students, today we are going to find regression lines for the given set of data. So here you can see in this question we need to find regression line and we are given two series x and y for which we have to find the regression lines, and also we have to estimate the value of x for y is equal to 70. That is the main purpose of regression lines. So now you can see these two variable x and y for which we have to take y as dependent, x as independent variable, or vice versa. Now let us first find the regression lines. So for regression lines you have to complete this table. We have x and y which are given. Now what we have to do, we have to find x square, y square and xy. These three tables we need, but for this case of question ਜਿਹਦੇ ਵਿੱਚ ਕਿ x ਤੇ y ਦੀਆਂ ਵੈਲਿਊਜ਼ ਜਿਹੜੀਆਂ ਆ ਉਹ ਸਿੰਪਲ ਨਹੀਂ ਹੈਗੀਆਂ ਇੰਨੀਆਂ ਕਿ ਇਹਨਾਂ ਦਾ ਸਕੇਅਰ ਔਰ ਇਹਨਾਂ ਨੂੰ ਮਲਟੀਪਲਾਈ ਕਰਨਾ ਜਿਹੜਾ ਥੋੜ੍ਹਾ ਜਿਹਾ ਕੈਲਕੂਲੇਸ਼ਨ ਲੰਬੀ ਹੋ ਜਾਏਗੀ। ਇਸ ਲਈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਸਟੈਪ ਡੈਵੀਏਸ਼ਨ ਮੈਥਡ ਲਗਾਉਂਦੇ ਹਾਂ। ਉਹਦੇ ਲਈ ਕੀ ਕਰਨਾ, ਪਹਿਲਾਂ ਦਾ ਮੀਨ ਨਿਕਾਲ ਲੈਣਾ। x ਦਾ ਮੀਨ ਕਿੱਦਾਂ ਹੋਏਗਾ ਕਿ ਇਹਦਾ ਪਹਿਲਾਂ ਸਮ ਕਰ ਲਾਂਗੇ, ਪੂਰਾ ਜਿਹੜਾ ਸਮੇਸ਼ਨ x ਆ ਜਾਏਗਾ ਤੇ ਉਹਨੂੰ ਨੰਬਰ ਆਫ ਟਰਮਸ ਨਾਲ ਡਿਵਾਈਡ ਕਰ ਦਿੱਤਾ। ਇੱਥੇ ਆ ਗਿਆ x ਬਾਰ, ਯਾਨੀ ਕਿ ਮੀਨ ਆਫ x ਸੀਰੀਜ਼ ਵਿਚ ਇਜ਼ 68। ਇਹਦੀ ਜਿਹੜੀ y ਵਾਲੀ ਸੀਰੀਜ਼ ਆ ਉਹਦੇ ਲਈ ਵੀ ਇੱਥੇ ਸਮੇਸ਼ਨ ਕਰ ਲਓ। ਸਮੇਸ਼ਨ y ਫਾਈਂਡ ਆਊਟ ਕਰ ਲਿਆ ਤੇ n ਨਾਲ ਡਿਵਾਈਡ ਕਰ ਦਿੱਤਾ। ਨੰਬਰ ਆਫ ਟਰਮ ਜਿਹੜੀਆਂ ਇਹਦੇ ਵਿੱਚ 8 ਆ ਤੇ 8 ਨਾਲ ਡਿਵਾਈਡ ਕਰਕੇ ਸਾਡੇ ਕੋਲ 69 ਆ ਗਿਆ y ਵਾਲੀ ਸੀਰੀਜ਼ ਦਾ ਮੀਨ ਜਾਂ ਐਵਰੇਜ। ਹੁਣ ਕੀ ਕਰਨਾ, ਹੁਣ ਤੁਸੀਂ ਲਿਖਣਾ x ਇਜ਼ ਇਕੁਅਲ ਟੂ x ਮਾਈਨਸ x ਬਾਰ। ਡੈਵੀਏਸ਼ਨ ਲੈ ਲੈਣੀ ਆ x ਦੇ ਵਿੱਚੋਂ x ਬਾਰ ਜਾਣੀ ਕਿ 68 ਹਰ ਇੱਕ ਦੇ ਵਿੱਚੋਂ ਸਬਟਰੈਕਟ ਕਰ ਦੇਣਾ, ਜਿੱਦਾਂ 65 ਮਾਈਨਸ 68, 66 ਮਾਈਨਸ 68, 68 ਹਰ ਇੱਕ ਚੋਂ ਸਬਟਰੈਕਟ ਕਰਕੇ ਸਾਡੇ ਕੋਲ ਇਹ ਵਾਲੀ ਟਰਮਸ ਆ ਗਏ ਵਿਚ ਇਜ਼ ਕੰਪੈਰੇਟਿਵਲੀ ਈਜ਼ੀ ਟੂ ਕੈਲਕੂਲੇਟ। ਐਦੀ y ਦੇ ਵਿੱਚ ਆਪਾਂ ਕੀ ਕਰਨਾ, y ਵਾਲੀ ਸੀਰੀਜ਼ ਜਿਹੜੀ ਨਵੀਂ ਲਿਖਣੀ ਆ ਉਹਦੇ ਵਿੱਚ y ਮਾਈਨਸ y ਬਾਰ ਕਰਕੇ, ਮੀਨਸ y ਵਾਲੀ ਟਰਮਸ ਦੇ ਵਿੱਚੋਂ y ਬਾਰ ਵਿਚ ਵਾ 69 ਸਾਡਾ ਸੀਗਾ ਐਵਰੇਜ, ਇਹ ਆਪਾਂ ਮਾਈਨਸ ਕਰ ਦੇਣਾ ਹਰ ਇੱਕ ਦੇ ਵਿੱਚੋਂ ਤੇ ਇਹ ਟਰਮਸ ਲਿਖ ਲੈਣੀਆਂ। ਹੁਣ ਆਪਾਂ ਇਹਨਾਂ ਨੂੰ ਟਰੀਟ ਕਰਨਾ ਐਜ਼ x ਐਂਡ y। ਨਾਓ the summation of x is 0, summation of y is 0, you can see it। x ਸਕੇਅਰ ਆਪਾਂ ਲਿਖ ਲਿਆ, y ਸਕੇਅਰ ਲਿਖ ਲਿਆ ਤੇ x into y ਦੀ ਪ੍ਰੋਡਕਟ ਲਿਖ ਲਈ। ਫਿਰ ਇਹਨਾਂ ਦਾ ਵੀ ਸਾਰਿਆਂ ਦਾ ਨੀਚੇ ਸਮੇਸ਼ਨ ਲਿਖ ਲਿਆ। ਤਾਂ ਇਹ ਸਾਰੀਆਂ ਟਰਮਸ ਜਦੋਂ ਸਾਡੇ ਕੋਲ ਆ ਜਾਣਗੀਆਂ ਫਿਰ ਅਸੀਂ ਇਹਨਾਂ ਨੂੰ ਪੁੱਟ ਕਰਨਾ ਫਾਰਮੂਲੇ 'ਚ। ਕਿਹੜੇ ਫਾਰਮੂਲੇ 'ਚ? ਰਿਗਰੈਸ਼ਨ ਕੋਫੀਸ਼ੀਐਂਟਸ ਦੇ ਫਾਰਮੂਲੇ ਦੇ ਵਿੱਚ। ਤਾਂ ਰਿਗਰੈਸ਼ਨ ਕੋਫੀਸ਼ੀਐਂਟ ਦੋ ਆਉਂਦੇ ਆ, ਇੱਕ y on x, ਇੱਕ x on y। ਸੋ ਦਿਸ ਇਜ਼ b y x, ਇਹਨੂੰ ਆਪਾਂ ਰੀਡ ਕਰਨਾ ਰਿਗਰੈਸ਼ਨ ਕੋਫੀਸ਼ੀਐਂਟ ਆਫ y on x। ਸੋ ਇਹਦੀ ਵੈਲਿਊ ਕੀ ਹੁੰਦੀ ਹੈ? ਦਿਸ ਇਜ਼ ਦੀ ਫਾਰਮੂਲਾ n number of terms which are 8 sigma x y minus sigma x sigma y ਤੇ upon n into sigma x square minus sigma x whole square। ਸੋ n ਦੀ ਵੈਲਿਊ 8, sigma x y ਦੀ ਵੈਲਿਊ 25 ਸੀਗੀ ਪਿੱਛੇ, sigma x sigma y ਸਾਡੇ ਕੋਲ 0 ਆਏ ਆ। ठीक है, तो इस तरीके से सारी वैल्यूज पुट कर देती है एंड वी कैलकुलेट दिस विच इज़ 0.69। एट दी रिग्रेशन कोफिशिएंट ऑफ x on y भी फाइंड आउट कर लेना सेम तरीके नाल। दोनों का न्यूमिनेटर जाने कि उपर वाली टर्म्स दोनों की सेम होंगी है, डिनोमीनेटर जोड़ा वो अलग होना आ, तो ये भी आप कैलकुलेट कर लिया 0.54। ਹੁਣ दोनों रिग्रेशन कोफिशिएंट आ गए आ। एक्स बार वाई बार असी पहले लिखे हुए थे, तो हुण आपां इहदी इक्वेशन लिख सकते हैं रिग्रेशन लाइन ऑफ y on x। पहले y on x है विच इज़ y माइनस y बार इज इक्वल टू बी वाई एक्स इंटू x माइनस x बार। ये बी एक्स वाई की वैल्यू, x बार की वैल्यू, y बार की वैल्यू पुट कर दी है, पुट कर दी वैल्यूज तो इन्हू थोड़ा जहा सिंपलीफाई कर लिया तो ये साढ़े को आ गई रिग्रेशन लाइन ऑफ y on x। इहदी रिग्रेशन लाइन x on y ਉਹਦੇ ਵਿੱਚ ਆਪਾਂ ਇਹ ਲਿਖਣਾ ਹੁੰਦਾ x ਮਾਈਨਸ x ਬਾਰ ਤੋਂ ਸ਼ੁਰੂ ਕਰਦੇ ਆ, ਬੀ ਐਕਸ ਵਾਈ x ਅੱਗੇ ਲਿਖਣਾ ਕਿਉਂਕਿ ਇਹ ਰਿਗਰੈਸ਼ਨ ਲਾइन x on y ਆ ਤੇ y ਮਾਈਨਸ y ਬਾਰ। ਇਹ ਵੀ ਸਾਰੀ ਵੈਲਿਊ ਸਾਡੇ ਕੋਲ ਹੈਗੀਆਂ, ਇਹ ਪੁੱਟ ਕਰ ਦਿੱਤੀਆਂ ਹੈ। ਤਾਂ ਇਹਨੂੰ ਸਿੰਪਲੀਫਾਈ ਕਰਕੇ x ਇਜ਼ ਇਕੁਅਲ ਟੂ 0.54 y ਪਲੱਸ 30.74 ਇਹ ਆ ਗਿਆ। ਹੁਣ ਇਹਦੇ ਇਹ ਦੋਨੋਂ ਲਾਈਨ ਇੱਕ ਤਾਂ ਪੁੱਛੀਆਂ ਹੋਈਆਂ ਸੀਗੀਆਂ। then we have to find the value of x for y is equal to 70। ਹੁਣ ਜੇ y 70 ਹੈ, x ਦੀ ਵੈਲਿਊ ਕੱਢਣੀ ਆ, ਫਿਰ ਆਪਾਂ ਇਹਦੇ ਚੋਂ ਕੱਢਣੀ ਆ ਕਿਉਂਕਿ ਇਹ ਸਾਨੂੰ ਇਹ ਰਿਗਰੈਸ਼ਨ ਲਾਈਨ ਆਫ x on y ਹੈ। ਤਾਂ x ਦੀ ਵੈਲਿਊ ਕੱਢਣੀ ਆ, y ਦਿੱਤਾ ਹੋਇਆ ਤਾਂ ਯੂਜ਼ ਕਰਾਂਗੇ। ਜੇ y x ਦਿੱਤਾ ਹੁੰਦਾ ਔਰ y ਫਾइंड आउट करना ਹੁੰਦਾ ਨਾ, ਫਿਰ ਆਪਾਂ ਉੱਪਰ ਵਾਲੀ ਲਾਈਨ ਯੂਜ਼ ਕਰਨੀ, ਰਿਗਰੈਸ਼ਨ ਲਾਈਨ y on x ਫਿਰ ਯੂਜ਼ ਕਰਨੀ ਸੀ ਅਗਰ x ਗਿਵਨ ਹੈ ਤੇ y ਫਾइंड आउट ਕਰਨਾ ਹੋਵੇ। तो हुण इस लाइन दे विच आपां y की वैल्यू 70 पुट कर देती एंड वी सिंपलीफाई दिस विच विल गिव अस दी कॉरस्पॉन्डिंग वैल्यू ऑफ x।
तो इस वे ਨਾਲ ਅਸੀਂ ਰਿਗਰੈਸ਼ਨ ਲਾਈਨ ਫਾਈਂਡ ਆਊਟ ਕਰ ਸਕਦੇ ਹਾਂ, ਕੋਈ ਵੀ ਵੈਲਿਊ ਐਸਟੀਮੇਟ ਕਰ ਸਕਦੇ ਹਾਂ ਅਗਰ ਇੱਕ ਵੇਰੀਏਬਲ ਦਿੱਤਾ ਹੋਵੇ ਤੇ ਦੂਜਾ ਸੋਲਵ ਕਰ ਸਕਦੇ ਹਾਂ। ਉਸ ਤੋਂ ਬਾਅਦ ਹੁਣ ਇਹ ਹੈ ਕਿ ਇਹ ਕੁਐਸਚਨ ਹੈ ਜਿਹਦੇ ਵਿੱਚ ਤੁਹਾਨੂੰ ਲਾਈਨਸ ਆਲਰੇਡੀ ਦਿੱਤੀਆਂ ਹੋਈਆਂ, 2 ਰਿਗਰੈਸ਼ਨ ਲਾਈਨ ਦਿੱਤੀਆਂ ਹੋਈਆਂ, ਸਿਗਮਾ ਐਕਸ ਸਕੇਅਰ ਵੀ ਦਿੱਤਾ ਹੋਇਆ ਤੇ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਰ ਐਕਸ ਬਾਰ ਵਾਈ ਬਾਰ ਸਿਗਮਾ ਵਾਈ ਤੇ ਐਸਟੀਮੇਟ ਕਰਨੀ ਹੈ ਐਕਸ ਦੀ ਵੈਲਿਊ ਵੈਨ ਵਾਈ ਇਜ਼ ਗਿਵਨ। ਸੋ ਇਹ ਸਾਰੀਆਂ ਟਰਮਸ ਜਿਹੜੀਆਂ ਅਸੀਂ ਫਾਈਂਡ ਆਊਟ ਕਰਨੀਆਂ। ਗਿਵਨ ਕੀ ਹੈ ਸਾਨੂੰ 2 ਰਿਗਰੈਸ਼ਨ ਲਾਈਨ ਗਿਵਨ ਆ ਤਾਂ ਸਿਗਮਾ ਐਕਸ ਸਕੇਅਰ ਗਿਵਨ ਆ। ਸਿਗਮਾ ਐਕਸ ਸਕੇਅਰ ਦਾ ਮਤਲਬ ਹੈ ਸਟੈਂਡਰਡ ਐਵੀਏਸ਼ਨ ਦਾ ਸਕੇਅਰ ਐਕਸ ਵਾਲੀ ਟਰਮ ਦਾ ਦਿੱਤਾ ਹੋਇਆ। ਤੋ ਅਗਰ ਸਾਨੂੰ 2 ਲਾਈਨਸ ਦਿੱਤੀਆਂ ਹੋਣ ਫਿਰ ਆਪਾਂ ਕਿੱਦਾਂ ਕਰਦੇ ਹਾਂ, ਪਹਿਲਾਂ ਤਾਂ ਆਪਾਂ ਉਹਨੂੰ ਲਿਖਣਾ ਜਿੱਦਾਂ ਰਿਗਰੈਸ਼ਨ ਲਾਈਨ y ਔਨ x ਕਿਹੜੀ ਹੈ ਅਤੇ x ਔਨ y ਕਿਹੜੀ ਹੈ, ਇਹਨਾਂ ਦੋਨਾਂ ਦੇ ਵਿੱਚ ਆਪਾਂ ਇਹ ਪਹਿਲਾਂ ਦੇਖਣਾ ਕਿ ਕਿਹੜੀ x ਔਨ y ਲਾਈਨ ਬਣੇਗੀ, ਕਿਹੜੀ y ਔਨ x ਹੋਏਗੀ। ਤੋ ਉਹਦੇ ਲਈ ਤੁਹਾਡਾ ਇਹ ਸਿੰਪਲ ਮੈਥਡ ਇਹ ਹੈ ਕਿ ਜਿੱਦਾਂ ਹੁਣ ਇਹਦੇ ਵਿੱਚ ਫਸਟ ਆਪਾਂ ਲਾਈਨ ਲਈ ਆ x + 9 y = 7। ਹੁਣ ਇਹਨੂੰ x = ਦੀ ਫਾਰਮ 'ਚ ਲਿਖੀਏ ਕਿ y = ਦੀ ਫਾਰਮ 'ਚ, ਉਹ ਸਾਰਾ ਡਿਪੈਂਡ ਕਰਦਾ। ਜਦੋਂ ਹੁਣ ਜੇ ਆਪਾਂ ਇਹਨੂੰ ਲਿਖਿਆ y = x ਵਾਲੀ ਟਰਮ ਉੱਧਰ ਸ਼ਿਫਟ ਕਰ ਲਈ ਅਤੇ x ਦਾ ਕੋਫੀਸ਼ੀਐਂਟ ਆ ਗਿਆ 1/9, ਠੀਕ ਹੈ, -1/9। ਜੇ ਇਹਨੂੰ ਮੈਂ x = ਦੀ ਫਾਰਮ 'ਚ ਲਿਖਦੀ ਨਾ ਤਾਂ ਇਹ ਆਣੀ ਸੀ x = -9y + 7, ਤਾਂ ਫਿਰ ਇਹ ਕੋਫੀਸ਼ੀਐਂਟ ਜਿਹੜਾ -9 ਹੋ ਜਾਣਾ ਸੀ bxy ਦੀ ਵੈਲਿਊ, ਠੀਕ ਹੈ, ਕੋਫੀਸ਼ੀਐਂਟ ਆਫ ਦਿਸ -9। ਅਤੇ ਇੱਦਾਂ ਹੀ ਦੂਸਰੀ ਲਾਈਨ ਦੇ ਵਿੱਚ ਆਪਾਂ byx ਕੱਢਣਾ ਸੀ ਔਰ ਦੋਨਾਂ ਦੀ ਪ੍ਰੋਡਕਟ ਜਿਹੜੀ ਆ ਉਹ ਇਕੁਅਲ ਟੂ ਹੁੰਦੀ ਆ r² ਦੇ, ਅਤੇ r² ਹਮੇਸ਼ਾ <<1 ਹੁੰਦਾ ਆ। ਤਾਂ ਇਸ ਕਰਕੇ ਆਪਾਂ ਦੇਖਣਾ ਕਿ ਉਹ ਵੈਲਿਊ 1 ਤੋਂ ਲੈਸ ਹੋਵੇ। ਤਾਂ ਜਿੱਦਾਂ ਕਿ ਇਹਦੇ ਵਿੱਚ ਆਪਾਂ ਦੇਖਿਆ byx ਦੀ ਵੈਲਿਊ -1/9 ਲਈ ਹੈ, ਦੂਜੀ ਨੂੰ ਆਪਾਂ ਲਿਖ ਲਿਆ x ਔਨ y ਦੀ ਫਾਰਮ 'ਚ, ਉਹਦੇ ਵਿੱਚ vxy ਦੀ ਵੈਲਿਊ ਆ ਗਈ। ਹੁਣ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਨੰਬਰ ਜਿਹੜਾ ਆਏਗਾ 1/9 × 1/4 ਜਿਹੜਾ ਇਹ r² ਹੋਏਗਾ। ਤਾਂ ਓਬਵੀਅਸਲੀ ਇਹ 1/36 1 ਤੋਂ ਛੋਟੇ ਨੰਬਰ ਆ ਰਿਹਾ। ਜੇ ਆਪਾਂ ਉਲਟ ਲੈਂਦੇ ਇਹਨਾਂ ਨੂੰ, ਇਕੁਏਸ਼ਨਸ ਨੂੰ ਉਲਟਾ ਲਿਖਦੇ, ਇਹਦੇ ਵਿੱਚੋਂ ਆਪਾਂ x ਦੀ ਵੈਲਿਊ ਕੱਢ ਲੈਂਦੇ, ਠੀਕ ਹੈ, ਤਾਂ ਇਹਦੇ ਵਿੱਚੋਂ y ਦੀ ਵੈਲਿਊ ਕੱਢਦੇ ਅਤੇ ਜਿਹੜੇ ਦੇ ਕੋਫੀਸ਼ੀਐਂਟ ਆਣੇ ਸੀਗੇ vxy ਅਤੇ vyx ਲਿਖਦੇ ਨਾ ਤਾਂ ਉਹਨਾਂ ਦੀ ਪ੍ਰੋਡਕਟ ਕਰਨੀ ਸੀ, ਉਹ >1 ਆ ਜਾਣੀ ਸੀ। ਅਤੇ ਫਿਰ ਉਹ ਗਲਤ ਹੋ ਜਾਣਾ ਕਿਉਂਕਿ ਇਹ ਪ੍ਰੋਡਕਟ ਜਿਹੜੀ ਆ ਉਹ r² ਹੁੰਦੀ ਅਤੇ r² ਹਮੇਸ਼ਾ <<1 ਹੁੰਦਾ। ਇਸ ਕਰਕੇ ਆਪਾਂ ਜਦੋਂ ਇਕੁਏਸ਼ਨਸ ਨੂੰ ਪਹਿਚਾਨਣਾ ਅਤੇ ਲਿਖਣਾ ਆ ਕਿ ਕਿਹੜੀ x ਔਨ y ਹੈ ਅਤੇ ਕਿਹੜੀ y ਔਨ x ਹੈ, ਤਾਂ ਇਹ ਖਿਆਲ ਰੱਖਣੀ ਚੀਜ਼। ਤਾਂ ਇਹ ਲਾਈਨਸ ਲਿਖ ਲਈਆਂ, ਉਹਦੇ ਵਿੱਚੋਂ ਸਾਡੇ ਕੋਲ ਰਿਗਰੈਸ਼ਨ ਕੋਫੀਸ਼ੀਐਂਟ ਆ ਗਏ। ਰਿਗਰੈਸ਼ਨ ਕੋਫੀਸ਼ੀਐਂਟ ਤੋਂ ਬਾਅਦ ਅਸੀਂ r ਦੀ ਵੈਲਿਊ ਲਿਖ ਲਈ, r = √bxy × byx, ਅਤੇ ਜਿਹੜਾ ਕਿ ਆ ਗਿਆ -1/6। ਸੋ ਇਹ ਜਿਹੜੇ ਦੋਨੋਂ ਇਹ ਨੈਗੇਟਿਵ ਇਸ ਲਈ ਲਿਆ ਕਿਉਂਕਿ ਦੋਨੋਂ ਹੀ ਕੋਫੀਸ਼ੀਐਂਟ ਨੈਗੇਟਿਵ ਸੀ, vyx ਵੀ ਅਤੇ vxy ਵੀ ਦੋਨੋਂ ਨੈਗੇਟਿਵ ਸੀ, ਇਸ ਲਈ r ਵੀ ਨੈਗੇਟਿਵ ਆਏਗਾ। ਸੋ r ਦੀ ਵੈਲਿਊ ਨੈਗੇਟਿਵ -1/6 ਆ ਗਈ, ਜਿਹੜਾ ਕਿ ਪਹਿਲਾ ਕੁਐਸਚਨ ਦਾ ਆਨਸਰ ਹੋ ਗਿਆ। ਹੁਣ ਆਪਾਂ ਅਗਲੇ ਕੁਐਸਚਨਸ ਦੇ ਲਈ ਦੂਸਰਾ ਕੁਐਸਚਨ ਸੀਗਾ ਕਿ x ਬਾਰ y ਬਾਰ ਦੱਸੋ ਕਿ ਇਹਦਾ ਜੋ ਦੋਨੋਂ ਸੀਰੀਜ਼ ਦਾ ਮੀਨ ਕੀ ਹੋਏਗਾ। ਤੋ ਜਿਹੜਾ ਮੀਨ ਹੁੰਦਾ ਆ ਉਹ ਦੋਨੋਂ ਲਾਈਨਸ ਦੀ ਇੰਟਰਸੈਕਸ਼ਨ ਹੁੰਦੀ ਆ, ਜਿੱਥੇ ਦੋਨੋਂ ਲਾਈਨ ਕੱਟ ਕਰਦੀਆਂ ਉਹ ਪੁਆਇੰਟ ਹੁੰਦਾ x ਬਾਰ y ਬਾਰ, ਅਤੇ ਉਹ ਫਾਈਂਡ ਆਊਟ ਕਿੱਦਾਂ ਕਰਨਾ, ਦੋਨੋਂ ਲਾਈਨਸ ਨੂੰ ਸੋਲਵ ਕਰ ਲੈਣਾ, ਇੱਕ ਦੇ ਵਿੱਚੋਂ ਵੈਲਿਊ ਕੱਢ ਕੇ ਦੂਜੇ 'ਚ ਪੁੱਟ ਕਰ ਦਿਓ, ਜਾਂ ਦੋਨਾਂ ਨੂੰ ਐਲੀਮੀਨੇਸ਼ਨ ਮੈਥਡ ਨਾਲ, ਜਿੱਦਾਂ ਇੱਥੇ ਐਲੀਮੀਨੇਸ਼ਨ ਮੈਥਡ ਲਗਾਇਆ ਉਹਦੇ ਨਾਲ ਸੋਲਵ ਕਰ ਸਕਦੇ ਹਾਂ। ਸੋ ਇਹਦੇ 'ਚ ਕੀ ਕੀਤਾ, ਪਹਿਲੀ ਇਕੁਏਸ਼ਨ ਐਜ਼ ਇਟ ਇਜ਼ ਲਿਖ ਲਈ, ਦੂਸਰੀ ਨੂੰ ਆਪਾਂ 4 ਨਾਲ ਮਲਟੀਪਲਾਈ ਕਰ ਲਿਆ ਅਤੇ ਇਹ ਹੁਣ 4x ਆ ਗਿਆ। ਜਦੋਂ ਇਹਨਾਂ ਨੂੰ ਸਬਟਰੈਕਟ ਕੀਤਾ ਕੱਟ ਗਿਆ ਅਤੇ ਸਾਡੇ ਕੋਲ y ਦੀ ਵੈਲਿਊ ਆ ਗਈ। ਹੁਣ y ਦੀ ਵੈਲਿਊ ਵਾਪਸ ਪੁੱਟ ਕਰਾਂਗੇ, ਕਿਸੇ ਵਿੱਚ ਵੀ ਕਰ ਲਓ ਤਾਂ x ਦੀ ਵੈਲਿਊ ਆ ਜਾਏਗੀ। x y ਦੋਨੋਂ ਆ ਗਏ ਸਾਡੇ ਕੋਲ, ਇਹਦਾ ਮਤਲਬ ਸਾਨੂੰ ਮੀਨ ਮਿਲ ਗਿਆ ਕਿ ਇਸ ਜਿਹੜਾ ਡਾਟਾ ਸੀਰੀਜ਼ x ਵਾਰ ਅਤੇ y ਵਾਰ ਇਹ ਵੈਲਿਊ ਕੀ ਹੋਏਗੀ, ਇਹ ਦੋਨਾਂ ਦੀ ਇੰਟਰਸੈਕਸ਼ਨ ਤੋਂ ਪਤਾ ਚੱਲ ਗਈ। ਉਸ ਤੋਂ ਬਾਅਦ ਸੀ ਸਾਡੇ ਕੋਲ ਕਿ ਸਿਗਮਾ x² ਦਿੱਤਾ ਹੋਇਆ, ਸਿਗਮਾ y² ਦੱਸੋ ਕੀ ਆਏਗਾ। ਉਹਦੇ ਲਈ ਅਸੀਂ ਆਹ ਰਿਲੇਸ਼ਨ ਯੂਜ਼ ਕਰਨਾ ਹੈ ਕਿ byx / bxy ਦੀ ਵੈਲਿਊ ਹੁੰਦੀ ਹੈ ਸਿਗਮਾ y² / ਸਿਗਮਾ x²। ਸੋ ਇਹਦੇ ਵਿੱਚ x² ਦੀ ਵੈਲਿਊ ਪੁੱਟ ਕਰ ਦਿੱਤੀ, ਇੱਧਰ bx by ਇਹ ਵੀ ਸਾਨੂੰ ਪਤਾ ਸੀ, ਇਹ ਵੀ ਪੁੱਟ ਕਰ ਦਿੱਤੇ। ਵੀ ਹੈਵ ਟੂ ਫਾਈਂਡ ਦੀ ਵੈਲਿਊ ਆਫ ਸਿਗਮਾ y², ਉਹਨੂੰ ਆਪਾਂ ਇੱਕ ਪਾਸੇ ਰੱਖਿਆ, ਬਾਕੀ ਟਰਮ ਉੱਧਰ ਸ਼ਿਫਟ ਕੀਤੀਆਂ ਅਤੇ ਸਾਡੇ ਕੋਲ ਇਹ ਵੈਲਿਊ ਵੀ ਆ ਗਈ। ਸੋ ਦੈਟ ਵਾਜ਼ ਦੀ ਸੈਕਿੰਡ ਕੁਐਸਚਨ। ਥਰਡ ਕੁਐਸਚਨ ਜਿਹੜਾ ਇਹਦੇ 'ਚ ਪੁੱਛਿਆ ਸੀ ਉਹ ਸੀ ਕਿ ਅਗਰ y 10 ਹੈ ਤਾਂ x ਕਿੰਨਾ ਹੋਏਗਾ। ਹੁਣ ਜੇ y ਦਿੱਤਾ ਆ, x ਫਾਈਂਡ ਆਊਟ ਕਰਨਾ ਤਾਂ ਆਪਾਂ ਲਾਈਨ ਯੂਜ਼ ਕਰਨੀ ਆ, ਲਾਈਨ ਆਫ ਰਿਗਰੈਸ਼ਨ ਆਫ x ਔਨ y। ਤਾਂ x ਔਨ y ਵਾਲੀ ਜਿਹੜੀ ਲਾਈਨ ਸੀਗੀ x = ਵਾਲੀ ਫਾਰਮ 'ਚ ਲਿਖੀ ਹੋਈ ਆ, ਉਹਦੇ 'ਚ y ਦੀ ਵੈਲਿਊ 10 ਪੁੱਟ ਕਰ ਦਿਓ, 10 ਪੁੱਟ ਕੀਤਾ ਅਤੇ ਬਾਕੀ ਜਿਹੜਾ ਆਨਸਰ ਆ ਗਿਆ that is the corresponding value of x. So in this way we have to solve the questions of the exercise. Try to solve the maximum questions and send me the solutions.